हाँ जी डियर स्टूडेंट्स, अपना नैक्सट टॉपिक लॉजिक एंड ਕੁਆਂਟੀਫਾਇਰਸ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਆਪਣਾ ਸੈੱਟ ਥਿਊਰੀ ਦਾ ਟੌਪਿਕ ਸੀ ਜਿਹੜਾ ਉਹਨੂੰ ਕੰਪਲੀਟ ਕੀਤਾ ਅਤੇ ਹੁਣ ਲੌਜਿਕ ਐਂਡ ਕੁਆਂਟੀਫਾਇਰਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕੁਝ ਬੇਸਿਕ ਜਿਹੀਆਂ ਡੈਫੀਨੇਸ਼ਨਸ, ਜਿਵੇਂ ਕਿ ਸੈਂਟੈਂਸ ਕੀ ਹੁੰਦਾ ਹੈ ਨਾ। ਸੈਂਟੈਂਸ ਕੀ ਹੁੰਦਾ, ਇਟ ਇਜ਼ ਅ ਸੈਂਸੀਬਲ ਕੋਂਬੀਨੇਸ਼ਨ ਆਫ ਵਰਡਸ, ਮੀਨਸ ਕਿ ਵਰਡਸ ਦਾ ਐਸਾ ਕੋਂਬੀਨੇਸ਼ਨ ਜਿਹਦੀ ਕੋਈ ਸੈਂਸ ਹੋਵੇ, ਜਿਹਦਾ ਕੋਈ ਮੀਨਿੰਗ ਨਿਕਲਦਾ ਹੋਵੇ, ਤਾਂ ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਸੈਂਟੈਂਸ। ਜਿਵੇਂ ਕੋਈ ਐਗਜ਼ਾਮਪਲ ਆਪਾਂ ਲੈ ਲਈਏ ਹੈ ਨਾ, ਨੰਬਰ ਆਫ ਪੋਜ਼ੀਟਿਵ ਇੰਟੀਜਰਸ ਇਜ਼ ਇਨਫਾਈਨਾਈਟ, ਕਿ ਅਗਰ ਤੁਸੀਂ ਕੋਈ ਵੀ ਪੋਜ਼ੀਟਿਵ ਇੰਟੀਜਰਸ ਕੰਸੀਡਰ ਕਰਦੇ ਹੋ, ਉਹ ਕਾਊਂਟ ਕਿੰਨੇ ਨੇ, ਉਹ ਪੋਜ਼ੀਟਿਵ ਇੰਟੀਜਰਸ ਦੈਟ ਆਰ ਇਨਫਾਈਨਾਈਟ। ਤਾਂ ਹੁਣ ਦੇਖੋ ਇਸ ਸੈਂਟੈਂਸ ਦਾ ਇੱਕ ਕੰਪਲੀਟ ਮੀਨਿੰਗ ਨਿਕਲਦਾ ਹੈ ਨਾ, ਇਹਦੇ ਵਿੱਚੋਂ ਕੋਈ ਵੀ ਇਨਕੰਪਲੀਟ ਸੈਂਸ ਦੀ ਫੋਰਮ ਨਹੀਂ ਬਣ ਰਹੀ ਹੈਗੀ। ਤਾਂ ਇਹ ਕੀ ਹੁੰਦੇ ਨੇ ਤੁਹਾਡੇ ਸੈਂਟੈਂਸ। ਫਿਰ ਆ ਜਾਂਦੇ ਨੇ ਪ੍ਰੋਪੋਜੀਸ਼ਨਸ ਕੀ ਹੁੰਦੀਆਂ ਨੇ। ਇਹ ਸੈਂਟੈਂਸ ਔਰ ਪ੍ਰੋਪੋਜੀਸ਼ਨ ਇਜ਼ ਐਨ ਐਕਸਪ੍ਰੈਸ਼ਨ ਦੈਟ ਇਜ਼ ਆਈਦਰ ਟਰੂ ਔਰ ਫੋਲਸ ਬਟ ਨੋਟ ਬੋਥ। ਤਾਂ ਐਸਾ ਸੈਂਟੈਂਸ ਜਿਹਨੂੰ ਜਾਂ ਤਾਂ ਆਪਾਂ ਟਰੂ ਕਹਿ ਸਕੀਏ ਕਿ ਇਹ ਸਹੀ ਹੈ, ਜਾਂ ਕੋਈ ਐਸਾ ਸੈਂਟੈਂਸ ਜਿਹੜਾ ਕਿ ਜਿਹਨੂੰ ਕਹਿ ਦਈਏ ਕਿ ਇਹ ਤਾਂ ਗਲਤ ਹੈ। ਮਤਲਬ ਕਿ ਐਵੇਂ ਨਾ ਹੋਵੇ ਕਿ ਉਹ ਕੁਛ ਜਗ੍ਹਾ 'ਤੇ ਟਰੂ ਹੋਵੇ ਅਤੇ ਕੁਛ ਜਗ੍ਹਾ 'ਤੇ ਗਲਤ ਹੋਵੇ, ਤਾਂ ਉਹ ਹੁੰਦੀਆਂ ਨੇ ਪ੍ਰੋਪੋਜੀਸ਼ਨਸ। ਜਿਵੇਂ ਇੱਕ ਐਗਜ਼ਾਮਪਲ ਲੈ ਰੱਖੀ ਹੈ ਨਾ ਇਹਨਾਂ ਨੇ, ਜਿਵੇਂ 3+3 = 8। ਤਾਂ ਆਪਾਂ ਨੂੰ ਪਤਾ ਕਿ 3+3 = 8 ਇਹ ਇੱਕ ਸਟੇਟਮੈਂਟ ਤਾਂ ਹੈਗੀ ਹੈ, ਬਟ ਇਹ ਇੱਕ ਫਾਲਸ ਸਟੇਟਮੈਂਟ ਹੈ, ਮੀਨਸ ਕਿ ਇਹ ਟਰੂ ਸਟੇਟਮੈਂਟ ਨਹੀਂ ਹੈਗੀ। ਤਾਂ ਇਸ ਨੂੰ ਆਪਾਂ ਕੀ ਬੋਲ ਦਾਂਗੇ, ਪ੍ਰੋਪੋਜੀਸ਼ਨ। ਤਾਂ ਸਨ ਇਜ਼ ਅ ਹੈਵਨਲੀ ਬੋਡੀ, ਸਨ ਇੱਕ ਹੈਵਨਲੀ ਬੋਡੀ ਆ, ਅਤੇ ਇਹ ਵੀ ਇੱਕ ਸਟੇਟਮੈਂਟ ਹੈ, ਬਟ ਇਹ ਇੱਕ ਟਰੂ ਸਟੇਟਮੈਂਟ ਹੈ, ਠੀਕ ਹੈ। ਅਤੇ ਥਰਡ ਹੈਗਾ ਵਾਈ ਆਰ ਯੂ ਗੋਇੰਗ ਟੂ ਬੰਬੇ। ਇਹ ਵੀ ਕੁਐਸਚਨ ਹੈ, ਮਤਲਬ ਇਹਦੇ ਵਿੱਚ ਕੁਝ ਕਲੀਅਰ ਨਹੀਂ ਹੈਗਾ, ਕੋਈ ਮੀਨਿੰਗ ਨਹੀਂ ਹੈਗਾ ਇਸ ਸੈਂਟੈਂਸ ਦਾ, ਹੈ ਨਾ। ਮਤਲਬ ਇੱਕ ਸੈਂਟੈਂਸ ਹੈਗੀ ਹੈ, ਬਟ ਇਹਦਾ ਕੋਈ ਡਿਕਲੇਰੇਟਿਵ ਨਹੀਂ ਹੈਗਾ ਕਿ ਇਹ ਕੁਛ ਮੀਨਿੰਗ ਦੇ ਰਹੀ ਹੈ ਆਪਾਂ ਨੂੰ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਸੈਂਟੈਂਸ ਅਤੇ ਪ੍ਰੋਪੋਜੀਸ਼ਨਸ ਜਿਹੜੀਆਂ ਫਾਈਂਡ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਆ ਜਾਂਦੇ ਨੇ ਲੌਜੀਕਲ ਕਨੈਕਟਿਵਸ ਐਂਡ ਕੰਪਾਊਂਡ ਸਟੇਟਮੈਂਟਸ ਕੀ ਹੁੰਦੀਆਂ ਨੇ। ਜਦੋਂ ਆਪਣੇ ਕੋਲ ਇੱਕ ਤੋਂ ਜ਼ਿਆਦਾ ਸਟੇਟਮੈਂਟਸ ਇਕੱਠੀਆਂ ਹੋ ਜਾਂਦੀਆਂ ਨੇ, ਜਿਵੇਂ ਆਪਾਂ ਐਂਡ ਲਗਾ ਕੇ ਇਕੱਠੀਆਂ ਕਰ ਦਿੰਦੇ ਹਾਂ, ਜਾਂ ਔਰ ਲਗਾ ਕੇ ਆਪਾਂ ਇੱਕ ਤੋਂ ਜ਼ਿਆਦਾ ਸਟੇਟਮੈਂਟਸ ਨੂੰ ਕੰਬਾਈਨ ਕਰਕੇ ਇੱਕ ਸਟੇਟਮੈਂਟ ਬਣਾ ਲੈਂਦੇ ਹਾਂ, ਤਾਂ ਉਹ ਤੁਹਾਡੇ ਕੋਲ ਕਨੈਕਟਿਵਨੈਸ ਦੇ ਕੰਪਾਊਂਡ ਸਟੇਟਮੈਂਟ ਬਣ ਜਾਂਦੀਆਂ ਨੇ। ਫਿਰ ਆ ਜਾਂਦੇ ਨੇ ਟਰੁੱਥ ਟੇਬਲ ਕੀ ਹੁੰਦੇ ਆ, ਹੈ ਨਾ। ਟਰੁੱਥ ਟੇਬਲ ਕੀ ਹੁੰਦਾ, ਇਟ ਇਜ਼ ਅ ਟੇਬਲ giving the truth values of a compound statement. It has a number of columns and rows. The number of columns depend upon the number of simple statement and how involved as their relationships. ਮਤਲਬ ਇਹਦੇ ਵਿੱਚ ਆਪਾਂ ਉਹਨਾਂ ਦੀ ਰਿਲੇਸ਼ਨਸ਼ਿਪ ਦੇ ਵਿੱਚ ਅਤੇ ਉਹਨਾਂ ਦੀਆਂ ਜਿਹੜੀਆਂ ਕਾਲਮ ਡਿਪੈਂਡ ਕਰਦਾ ਕਿ ਉਹਨਾਂ ਵਿੱਚ ਸਿੰਪਲ ਸਟੇਟਮੈਂਟਸ ਦੀ ਕਾਊਂਟਿੰਗ ਕਿੰਨੀ ਹੈ, ਤਾਂ ਆਪਾਂ ਉਹਦੇ ਬਿਹਾਫ ਦੇ ਉੱਤੇ ਆਪਾਂ ਸਟੇਟਮੈਂਟਸ ਬਣਾ ਸਕਦੇ ਹਾਂ। ਜਿਵੇਂ ਆਪਣੇ ਕੋਲ n ਸਟੇਟਮੈਂਟਸ ਨੇ, ਹੈ ਨਾ, ਤਾਂ ਉਹਨੇ ਆਪਾਂ ਕਿੰਨੀਆਂ ਰੋਜ਼ ਲੈ ਸਕਦੇ ਹਾਂ, 2⁻n। ਜੇ ਮੰਨ ਲਓ ਆਪਾਂ ਨੂੰ 2 ਸਟੇਟਮੈਂਟਸ ਦਿੱਤੀਆਂ ਹੋਣ, ਤਾਂ ਆਪਾਂ ਉਹਦੇ ਕਿੰਨੇ ਕਾਲਮਸ ਬਣਾਵਾਂਗੇ, ਰੋਜ਼ ਕਿੰਨੀਆਂ ਬਣਾਵਾਂਗੇ, 2⁻2, ਮੀਨਸ ਕਿ 4 ਬਣ ਜਾਣਗੀਆਂ। ਤਾਂ ਇਸ ਤਰੀਕੇ ਨਾਲ ਜੇ ਆਪਾਂ ਨੂੰ 3 ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਤਾਂ ਆਪਾਂ 2⁻3 ਮੀਨਸ ਕਿ 8 ਰੋਜ਼ ਜਿਹੜੀਆਂ ਨੇ ਕਾਲਮ ਟੇਬਲ ਦੀਆਂ ਬਣਾ ਸਕਦੇ ਹਾਂ। ਨੈਕਸਟ ਆ ਜਾਂਦੇ ਨੇ ਲੌਜੀਕਲ ਓਪਰੇਟਰਸ ਕੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਮੰਨ ਲਓ ਕਿ ਤੁਹਾਨੂੰ P ਅਤੇ Q 2 ਸਟੇਟਮੈਂਟਸ ਦਿੱਤੀਆਂ ਹੋਈਆਂ ਨੇ, ਤਾਂ ਤੁਸੀਂ ਸਭ ਤੋਂ ਪਹਿਲਾਂ ਓਪਰੇਸ਼ਨ ਜਿਹੜਾ ਉਹਦਾ ਹੈਗਾ ਉਹ ਕਰਨਾ ਕੰਜੰਕਸ਼ਨ। ਕੰਜੰਕਸ਼ਨ ਦਾ ਜੋ ਸਿੰਬਲ ਹੈ ਉਹ ਤੁਹਾਡੇ ਕੋਲ ਇਹ ਸਿੰਬਲ ਹੈਗਾ ਕੰਜੰਕਸ਼ਨ ਦਾ, ਇਹਨੂੰ ਆਪਾਂ ਐਂਡ ਓਪਰੇਟਰ ਵੀ ਕਹਿ ਦਿੰਦੇ ਹਾਂ। ਇਹਦੇ ਵਿੱਚ ਸਟੇਟਮੈਂਟਸ ਦਾ ਜਿਹੜਾ ਕੰਜੰਕਸ਼ਨ ਜਦੋਂ ਤੁਸੀਂ ਕਰਦੇ ਹੋ, ਇਹ ਸਿਰਫ ਉਦੋਂ ਹੀ ਟਰੂ ਹੁੰਦਾ ਜਦੋਂ ਆਪਣੇ ਕੋਲ P ਅਤੇ Q ਦੋਨੋਂ ਸਟੇਟਮੈਂਟਸ ਟਰੂ ਹੋਣ, ਅਦਰਵਾਈਜ਼ ਇਹਨੂੰ ਆਪਾਂ ਫਾਲਸ ਦਾ ਜਿਹੜਾ ਨਾਮ ਹੈ ਉਹ ਦੇਵਾਂਗੇ। ਜਿਵੇਂ ਕਿ ਐਗਜ਼ਾਮਪਲ ਹੈ ਵੀ, ਜਿਵੇਂ 3+3 = 6 ਹੈ ਨਾ, ਅਤੇ 3+4 = 7, ਮੀਨਸ ਕਿ ਹੁਣ ਤੁਸੀਂ ਦੇਖੋ ਜਿਹੜੀ ਫਸਟ ਸਟੇਟਮੈਂਟ ਹੈ 3+3 = 6 ਇਹ ਟਰੂ ਹੈ ਨਾ, ਅਤੇ ਜਿਹੜੀ ਸੈਕਿੰਡ ਸਟੇਟਮੈਂਟ ਹੈ 3+4 = 7 ਉਹ ਵੀ ਟਰੂ ਹੈ। ਤਾਂ ਦੈਟ ਮੀਨਸ ਦੋਨੋਂ ਸਟੇਟਮੈਂਟਸ ਟਰੂ ਨੇ ਅਤੇ ਐਂਡ ਓਪਰੇਟਰ ਲੱਗਿਆ ਹੋਇਆ, ਤਾਂ ਦੈਟ ਮੀਨਸ ਇਹ ਕੰਜੰਕਟਿਵਲੀ ਟਰੂ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਹੈ ਨਾ। ਤਾਂ ਹੁਣ ਜਿਵੇਂ ਸੈਕਿੰਡ ਐਗਜ਼ਾਮਪਲ ਦੇ ਵਿੱਚ 3+3 = 6 ਹੈ, ਇਹ ਸਟੇਟਮੈਂਟ ਤਾਂ ਟਰੂ ਹੈ, ਬਟ ਜੋ ਸੈਕਿੰਡ ਵਾਲੀ ਹੈ ਪਾਈ ਇਜ਼ ਅ ਰੈਸ਼ਨਲ ਨੰਬਰ, ਇਹ ਸਟੇਟਮੈਂਟ ਟਰੂ ਨਹੀਂ ਹੈਗੀ, ਬਿਕੋਜ਼ ਮੈਥਮੈਟਿਕਲੀ ਜਿਹੜਾ ਪਾਈ ਹੈ ਉਹ ਇੱਕ ਇਰਰੈਸ਼ਨਲ ਨੰਬਰ ਹੈ, ਉਹ ਰੈਸ਼ਨਲ ਨੰਬਰ ਨਹੀਂ ਹੈਗਾ। ਤਾਂ ਹੁਣ ਦੇਖੋ ਇਹਦੇ ਵਿੱਚ ਪਹਿਲੀ ਸਟੇਟਮੈਂਟ ਤਾਂ ਟਰੂ ਹੈ, ਬਟ ਦੂਸਰੀ ਸਟੇਟਮੈਂਟ ਫਾਲਸ ਹੈ, ਇਸ ਕਰਕੇ ਕੰਜੰਕਟਿਵਲੀ ਇਹਨਾਂ ਦੋਹਾਂ ਨੂੰ ਆਪਾਂ ਫਾਲਸ ਹੀ ਕਹਾਂਗੇ, ਕਿਉਂਕਿ ਕੰਜੰਕਸ਼ਨ ਨੇ ਉਦੋਂ ਹੀ ਟਰੂ ਦੇਣਾ ਜਦੋਂ ਦੋਨੋਂ ਸਟੇਟਮੈਂਟਸ ਟਰੂ ਹੋਣਗੀਆਂ, ਠੀਕ ਹੈ ਨਾ। ਤਾਂ ਇਹਦਾ ਟਰੁੱਥ ਟੇਬਲ ਵੀ ਤੁਸੀਂ ਦੇਖੋ ਕਿਵੇਂ ਹੈਗਾ, ਜਿਵੇਂ ਮੰਨ ਲਓ P ਅਤੇ Q 2 ਸਟੇਟਮੈਂਟਸ ਤੁਸੀਂ ਲੈ ਲਈਆਂ, ਤਾਂ ਤੁਸੀਂ ਇੱਥੇ ਨਾ ਜਿਹੜਾ ਟਰੁੱਥ ਟੇਬਲ ਜਦੋਂ ਤੁਸੀਂ ਬਣਾਉਣਾ ਹੈ
ਤਾਂ ਇੱਥੇ ਧਿਆਨ ਰੱਖਿਓ, ਜਿਵੇਂ ਆਪਣੇ ਕੋਲ ਪੀ ਅਤੇ ਕਿਊ 2 ਸਟੇਟਮੈਂਟਸ ਨੇ ਹੈ ਨਾ, ਤਾਂ ਆਪਾਂ ਇੱਥੇ 4 ਰੋਜ਼ ਬਣਾਵਾਂਗੇ। ਉਹਨਾਂ ਦੇ ਵਿੱਚੋਂ ਤੁਸੀਂ ਜਿਵੇਂ 4 ਲਿੱਤੀਆਂ ਤਾਂ ਤੁਸੀਂ ਹਾਫ ਕਰ ਲਓ, ਜਿਵੇਂ 2 ਟਰੂ ਲੈ ਲਏ 2 ਫਾਲਸ ਲੈ ਲਏ, ਫਿਰ ਉਸ ਤੋਂ ਬਾਅਦ 1 ਟਰੂ 1 ਫਾਲਸ 1 ਟਰੂ 1 ਫਾਲਸ, ਇਸ ਤਰ੍ਹਾਂ ਤੁਸੀਂ ਸਿਮੈਟਰੀ ਦੇ ਅਕੋਰਡਿੰਗਲੀ ਆਪਣਾ ਜਿਹੜਾ ਟੇਬਲ ਆ ਉਹ ਬਣਾ ਲੈਣਾ। ਹੁਣ ਦੇਖੋ ਜਿਵੇਂ ਕੰਜੰਕਸ਼ਨ ਆਪਰੇਟਰ ਤੁਸੀਂ ਲਗਾਉਣਾ ਹੈ ਨਾ ਇੱਥੇ, ਤਾਂ ਤੁਸੀਂ ਦੇਖੋ ਪੀ ਅਤੇ ਕਿਊ ਦੋਵੇਂ ਟਰੂ ਨੇ ਤਾਂ ਇੱਥੇ ਟਰੂ ਆ ਗਿਆ। ਹੁਣ ਜਿਹੜਾ ਪੀ ਟਰੂ ਸੀ ਕਿਊ ਫਾਲਸ ਸੀ, ਤਾਂ ਪੀ ਕੰਜੰਕਸ਼ਨ ਕਿਊ ਕੀ ਆ ਗਿਆ, ਫਾਲਸ ਆ ਗਿਆ, ਕਿਉਂਕਿ ਦੋਨੋਂ ਟਰੂ ਨਹੀਂ ਹੈਗੇ। ਫਿਰ ਫਾਲਸ ਟਰੂ 'ਤੇ ਵੀ ਫਾਲਸ ਆਨਸਰ ਆਉਣਾ ਹੈ ਅਤੇ ਫਾਲਸ 'ਤੇ ਵੀ ਫਾਲਸ ਹੀ ਆਨਸਰ ਆਉਣਾ ਹੈ। ਇਹਨੇ ਸਿਰਫ ਉਦੋਂ ਹੀ ਟਰੂ ਦੇਣਾ ਹੁੰਦਾ ਜਦੋਂ ਸਾਰੀਆਂ ਸਟੇਟਮੈਂਟਸ ਟਰੂ ਹੋਣ, ਠੀਕ ਹੈ ਜੀ। ਅਤੇ ਆਪਣਾ ਜਿਹੜਾ ਨੈਕਸਟ ਆਪਰੇਟਰ ਹੈ ਉਹ ਹੈਗਾ ਤੁਹਾਡੇ ਕੋਲ ਡਿਸਜੰਕਸ਼ਨ ਆਪਰੇਟਰ। ਡਿਸਜੰਕਸ਼ਨ ਆਪਰੇਟਰ ਦਾ ਜੋ ਸਿੰਬਲ ਹੈ ਉਹ ਤੁਹਾਡੇ ਕੋਲ ਹੈਗਾ ਇਹ ਵਾਲਾ ਹੈ ਨਾ, ਉੱਪਰ ਨੂੰ ਆਪਾਂ ਇਹਨੂੰ ਸ਼ੋਅ ਕਰ ਸਕਦੇ ਹਾਂ। ਅਤੇ ਇਹਨੇ ਟਰੂ ਉਦੋਂ ਹੀ ਦੇ ਦੇਣਾ ਹੈ ਜਦੋਂ ਭਾਵੇਂ ਦੋਨਾਂ ਸਟੇਟਮੈਂਟਸ ਦੇ ਵਿੱਚੋਂ ਅਗਰ ਇੱਕ ਸਟੇਟਮੈਂਟ ਵੀ ਟਰੂ ਆ ਗਈ ਨਾ, ਤਾਂ ਇਹਨੇ ਉਦੋਂ ਹੀ ਟਰੂ ਦੇ ਦੇਣਾ। ਇਹਨੇ ਇਹ ਨਹੀਂ ਦੇਖਣਾ ਕਿ ਦੋਨੋਂ ਸਟੇਟਮੈਂਟ ਟਰੂ ਨੇ ਜਾਂ ਕੀ ਹੈ। ਅਗਰ ਇੱਕ ਵੀ ਸਟੇਟਮੈਂਟ ਟਰੂ ਆ ਜਾਂਦੀ ਹੈ ਤਾਂ ਇਹਨੇ ਡਿਸਜੰਕਸ਼ਨ ਨੇ ਕੀ ਦੇ ਦੇਣਾ, ਟਰੂ ਦੇ ਦੇਣਾ, ਠੀਕ ਹੈ। ਅਤੇ ਅਦਰਵਾਈਜ਼ ਫੋਲਸ ਦੇ ਦੇਣਾ। ਜਿਵੇਂ ਐਗਜ਼ਾਮਪਲ ਹੈਗੀ ਹੈ ਤੁਹਾਡੇ ਕੋਲ 3 + 3 = 8 ਐਂਡ 2 + 3 = 6। ਹੁਣ ਦੇਖੋ 3 + 3 = 8 ਥੋੜ੍ਹਾ ਨਾ ਹੁੰਦਾ, ਇਹ ਤਾਂ ਸਟੇਟਮੈਂਟ ਇੱਕ ਫਾਲਸ ਸਟੇਟਮੈਂਟ ਹੋ ਗਈ ਅਤੇ ਸੈਕਿੰਡ ਸਟੇਟਮੈਂਟ ਵੀ ਫਾਲਸ ਹੈ, ਤਾਂ ਦੋਨੋਂ ਫਾਲਸ ਦੇ ਨੇ ਫਾਲਸ ਦੇਣਾ ਕਿਉਂਕਿ ਇਹਨਾਂ 'ਚੋਂ ਕੋਈ ਇੱਕ ਵੀ ਟਰੂ ਨਹੀਂ ਹੈਗਾ। ਅਤੇ ਸੈਕਿੰਡ ਦੇ ਵਿੱਚੋਂ 3 + 3 = 6 ਐਂਡ ਪਾਈ ਇਜ਼ ਰੈਸ਼ਨਲ ਨੰਬਰ ਹੈ। ਹੁਣ ਇਹਨਾਂ ਦੋਹਾਂ ਦੇ ਵਿੱਚੋਂ ਘੱਟੋ ਘੱਟ ਇੱਕ ਸਟੇਟਮੈਂਟ ਤਾਂ ਟਰੂ ਹੈ ਨਾ 3 + 3 = 6 ਵਾਲੀ, ਤਾਂ ਇਹਨੂੰ ਤੁਸੀਂ ਟਰੂ ਕਹਿ ਸਕਦੇ ਹੋ ਬਾਈ ਡਿਸਜੰਕਸ਼ਨ ਆਪਰੇਟਰ। ਅਤੇ ਸੇਮ ਐਵੇਂ ਹੀ ਉਹਦਾ ਤੁਸੀਂ ਟਰੁੱਥ ਟੇਬਲ ਵੀ ਬਣਾ ਸਕਦੇ ਹੋ। ਜਿਵੇਂ ਪੀ ਅਤੇ ਕਿਊ ਦਿੱਤੇ ਹੋਏ ਹੈ ਤਾਂ ਉਹਨੂੰ ਤੁਸੀਂ ਹਾਫ ਕਰਕੇ ਜਿਵੇਂ 2 ਟਰੂ 2 ਫਾਲਸ ਲੈ ਲਏ, ਫਿਰ 1 ਟਰੂ 1 ਫਾਲਸ 1 ਟਰੂ 1 ਫਾਲਸ ਕੰਸੀਡਰ ਕਰਕੇ, ਅਤੇ ਤੁਸੀਂ ਜਦੋਂ ਇਹਦੀ ਡਿਸਟਿੰਕਸ਼ਨ ਕੀਤੀ ਤਾਂ ਟਰੂ ਹੋ ਗਿਆ, ਟਰੂ ਫਾਲਸ ਟਰੂ ਹੋ ਗਿਆ, ਬਿਕੋਜ਼ ਇਹਦੇ ਵਿੱਚ ਇੱਕ ਤਾਂ ਟਰੂ ਹੈਗਾ ਨਾ ਆਪਣੇ ਕੋਲ। ਸੇਮ ਇੱਦਾਂ ਹੀ ਫਾਲਸ ਟਰੂ ਵੀ ਟਰੂ ਹੋਣਾ ਅਤੇ ਦੋਵੇਂ ਫਾਲਸ ਵਾਲਾ ਫਾਲਸ ਹੋਊਗਾ, ਠੀਕ ਹੈ ਰਾਜੇ। ਅਤੇ ਨੈਕਸਟ ਆਪਣੇ ਕੋਲ ਆ ਜਾਂਦਾ ਨੀਗੇਸ਼ਨ ਆਪਰੇਟਰ। ਨੀਗੇਸ਼ਨ ਆਪਰੇਟਰ ਨੇ ਕੀ ਕਰਨਾ ਹੁੰਦਾ ਹੈ, ਇਹਨੇ ਓਪੋਜ਼ਿਟ ਕਰ ਦੇਣਾ ਹੁੰਦਾ ਹੈ ਕਿ ਜਿੱਥੇ ਟਰੂ ਹੁੰਦਾ ਹੈ, ਜਿਹੜੀ ਸਟੇਟਮੈਂਟ ਟਰੂ ਹੈ ਉਹਨੂੰ ਫਾਲਸ ਬਣਾ ਦੇਣਾ, ਜਿਹੜੀ ਫਾਲਸ ਹੈ ਉਹਨੂੰ ਟਰੂ ਬਣਾ ਦੇਣਾ। ਜਿਵੇਂ ਦੇਖੋ ਪੀ, ਮੰਨ ਲਓ ਆਪਾਂ ਨੇ ਪੀ ਇੱਕ ਸਟੇਟਮੈਂਟ ਲਿੱਤੀ ਹੈ ਨਾ, ਇਹਦੇ ਵਿੱਚ ਟਰੂ ਸੀਗੀ ਤਾਂ ਇਹਦਾ ਨੀਗੇਸ਼ਨ ਕੀ ਹੋ ਗਿਆ, ਫਾਲਸ। ਅਤੇ ਪੀ ਸਟੇਟਮੈਂਟ ਜਿੱਥੇ ਫਾਲਸ ਹੈ ਤਾਂ ਉਹਦਾ ਨੀਗੇਸ਼ਨ ਕੀ ਹੋ ਗਿਆ, ਟਰੂ ਹੋ ਗਿਆ, ਠੀਕ ਹੈ ਨਾ। ਇਹ ਹੋ ਗਿਆ ਨੀਗੇਸ਼ਨ ਆਪਰੇਟਰ। ਫਿਰ ਆ ਜਾਂਦੀਆਂ ਨੇ ਟੋਟੋਲੋਜੀਜ਼ ਐਂਡ ਕੰਟਰਡਿਕਸ਼ਨਸ। ਕੀ ਹੁੰਦੀਆਂ ਨੇ, ਕਹਿੰਦੇ ਇੱਕ ਐਸਾ ਸੈਂਟੈਂਸ ਜੋ ਟੋਟੋਲੋਜੀ ਉਹਨੂੰ ਤਾਂ ਕਵਾਂਗੇ ਅਗਰ ਉਹ ਲੋਜੀਕਲ ਗਰਾਊਂਡ ਦੇ ਉੱਪਰ ਟਰੂ ਹੈ। ਜਿਵੇਂ ਮੰਨ ਲਓ ਕਿ ਜੇ ਤੁਸੀਂ ਕਿਸੇ ਸਟੇਟਮੈਂਟ ਦੀ ਕੰਜੰਕਸ਼ਨ ਕਰਦੇ ਹੋ, ਡਿਸਜੰਕਸ਼ਨ ਕਰਦੇ ਹੋ ਹੈ ਨਾ, ਉਹਦੀ ਨੀਗੇਸ਼ਨ ਦੇ ਨਾਲ, ਅਗਰ ਉਹ ਟੋਟੋਲੋਜੀ ਹੈ ਮੀਨਸ ਕਿ ਜਦੋਂ ਤੁਸੀਂ ਇੱਕ ਸਟੇਟਮੈਂਟ ਦੀ ਡਿਸਜੰਕਸ਼ਨ ਕਰਕੇ ਆਪਣੇ ਹੀ ਨੀਗੇਸ਼ਨ ਦੇ ਨਾਲ ਟਰੂ ਆ ਜਾਵੇ ਤਾਂ ਉਹ ਸਟੇਟਮੈਂਟ ਟੋਟੋਲੋਜੀ ਬਣ ਜਾਂਦੀ ਹੈ। ਬਟ ਅਗਰ ਸਾਰੀਆਂ ਫਾਲਸ ਬਣ ਜਾਣ ਡਿਸਟਿੰਕਸ਼ਨ ਕਰਕੇ, ਕੰਜੰਕਸ਼ਨ ਕਰਨ ਤੋਂ ਬਾਅਦ ਜੇ ਫਾਲਸ ਆ ਜਾਵੇ ਤਾਂ ਉਹ ਸਟੇਟਮੈਂਟ ਕੰਟਰਡਿਕਸ਼ਨ ਬਣ ਜਾਂਦੀ ਹੈ, ਠੀਕ ਹੈ, ਯਾਦ ਰੱਖਿਓ। ਨੈਕਸਟ ਆ ਜਾਂਦੀ ਹੈ ਕੰਡੀਸ਼ਨਲ ਸਟੇਟਮੈਂਟ। ਕੀ ਹੁੰਦੀ ਹੈ ਕੰਡੀਸ਼ਨਲ ਸਟੇਟਮੈਂਟ, ਹੁੰਦੀ ਹੈ ਕੰਡੀਸ਼ਨਲ ਦਾ ਜੋ ਸਿੰਬਲ ਹੈ ਉਹ ਇਹ ਹੈ ਪੀ ਐਰੋ ਹੈ ਨਾ। ਵੀ ਸੇ ਦੈਟ ਦ ਸਟੇਟਮੈਂਟ ਪੀ ਇੰਪਲਾਈ, ਇਹ ਕਹਿੰਦੇ ਕਿ ਇਸ ਕੰਡੀਸ਼ਨਲ ਆਪਰੇਟਰ ਨੇ ਟਰੂ ਉਦੋਂ ਦੇਣਾ ਹੈ, ਕਹਿੰਦੇ ਕਿ ਇਫ ਦ ਸਟੇਟਮੈਂਟ ਪੀ ਇਜ਼ ਫਾਲਸ ਔਰ ਇਫ ਦ ਸਟੇਟਮੈਂਟ ਕਿਊ ਇਜ਼ ਟਰੂ ਔਰ ਬੋਥ, ਠੀਕ ਹੈ। ਮੀਨਸ ਇਹ ਹੈ ਕਿ ਜਿਹੜੀ ਪੀ ਸਟੇਟਮੈਂਟ ਹੈ ਜਾਂ ਤਾਂ ਉਹ ਫਾਲਸ ਹੋਵੇ ਜਾਂ ਫਿਰ ਕਿਊ ਵਾਲੀ ਸਟੇਟਮੈਂਟ ਟਰੂ ਹੋਵੇ ਜਾਂ ਫਿਰ ਦੋਨੋਂ ਹੋਣ। ਮੀਨਸ ਪੀ ਫਾਲਸ ਹੋਵੇ ਕਿਊ ਟਰੂ ਹੋਵੇ ਤਾਂ ਇਹਨੇ ਉਦੋਂ ਹੀ ਟਰੂ ਦੇਣਾ, ਅਦਰਵਾਈਜ਼ ਇਹਨੇ ਫਾਲਸ ਦੇਣਾ, ਠੀਕ ਹੈ। ਮੀਨਸ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਪੀ ਟਰੂ ਹੈ ਅਤੇ ਕਿਊ ਫਾਲਸ ਹੈ ਤਾਂ ਉਹਦੇ ਲਈ ਇਸ ਸਟੇਟਮੈਂਟ ਦਾ ਕੋਈ ਵੀ ਰਵੱਈਆ ਨਹੀਂ ਹੋਊਗਾ, ਠੀਕ ਹੈ। ਜਿਵੇਂ ਤੁਸੀਂ ਇਹਨੂੰ ਇੱਕ ਟੇਬਲ ਦੇ ਵਿੱਚੋਂ ਦੇਖੋ, ਜਿਵੇਂ ਪੀ ਟਰੂ ਹੈ ਕਿਊ ਵੀ ਟਰੂ ਹੈ ਨਾ, ਤਾਂ ਇੱਥੇ ਘੱਟੋ ਘੱਟ ਇੱਕ ਤਾਂ ਸਹੀ ਹੋਇਆ ਨਾ ਕਿ ਜਿਵੇਂ ਮੰਨ ਲਓ ਪੀ ਇੰਪਲਾਈਜ਼ ਕਿਊ ਨੇ ਕਿਹਾ ਸੀ ਕਿ P is false if the statement P is false or Q is true। ਮੀਨਸ ਘੱਟੋ ਘੱਟ Q ਤਾਂ ਟਰੂ ਹੋਇਆ ਭਾਵੇਂ P ਫਾਲਸ ਨਹੀਂ ਸੀਗਾ, ਬਟ ਫਿਰ ਵੀ ਇਹਨੇ ਆਨਸਰ ਟਰੂ ਹੀ ਦੇਣਾ। ਤਾਂ ਟਰੂ ਫਾਲਸ ਦੇ ਉੱਪਰ ਫਾਲਸ ਹੋਊਗਾ ਕਿਉਂਕਿ ਨਾ ਤਾਂ P ਫਾਲਸ ਹੈ ਨਾ ਹੀ Q ਟਰੂ ਹੈ, ਅਤੇ ਇਹਨਾਂ ਦੋਹਾਂ ਦੇ ਵਿੱਚੋਂ ਕੋਈ ਇੱਕ ਵੀ ਕੰਡੀਸ਼ਨ ਸੈਟਿਸਫਾਈ ਨਹੀਂ ਹੋ ਰਹੀ ਸੀ, ਇਸ ਕਰਕੇ ਆਪਾਂ ਇੱਥੇ ਫਾਲਸ ਦਾ ਨਾਮ ਦਿੱਤਾ। ਤਾਂ ਇਸ ਤਰੀਕੇ ਨਾਲ ਤੁਸੀਂ ਕੰਡੀਸ਼ਨਲ ਸਟੇਟਮੈਂਟ ਦਾ ਵੀ ਟੇਬਲ ਬਣਾ ਸਕਦੇ ਹੋ। ਅਤੇ ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਕਨਵਰਸ, ਇਨਵਰਸ ਐਂਡ ਕੰਟਰਾਪੋਜ਼ਿਟਿਵ ਆਪਰੇਟਰਸ। ਜਿਹੜੀ ਤਾਂ ਆਪਾਂ ਨੇ ਕੰਡੀਸ਼ਨਲ ਆਪਰੇਟਰ ਕੀਤਾ ਹੈ ਨਾ, ਉਹ ਕੰਡੀਸ਼ਨਲ ਆਪਰੇਟਰ ਆ ਗਿਆ। ਜਦੋਂ ਤੁਸੀਂ ਕੰਡੀਸ਼ਨਲ ਆਪਰੇਟਰ ਦਾ ਇਨਵਰਸ ਕਰ ਦਿੰਦੇ ਹੋ, ਮਤਲਬ ਉਲਟਾ ਕਰ ਦਿੰਦੇ ਹੋ, ਪੀ ਦੀ ਜਗ੍ਹਾ 'ਤੇ ਕਿਊ ਲਿਖ ਦਿੰਦੇ ਹੋ, ਕਿਊ ਦੀ ਜਗ੍ਹਾ 'ਤੇ ਪੀ ਲਿਖ ਦਿੰਦੇ ਹੋ, ਤਾਂ ਉਹ ਤੁਹਾਡੇ ਕੋਲ ਬਣ ਜਾਂਦਾ ਹੈ ਕਨਵਰਸ ਆਪਰੇਟਰ। ਅਤੇ ਨੈਕਸਟ ਜਦੋਂ ਤੁਸੀਂ ਨੀਗੇਸ਼ਨ ਆਫ ਪੀ ਇੰਪਲਾਈਜ਼ ਨੀਗੇਸ਼ਨ ਆਫ ਕਿਊ
ਦੇ ਵਿੱਚ ਕੰਡੀਸ਼ਨਲ ਆਪਰੇਟਰ ਲਗਾ ਦਿੰਦੇ ਹੋ ਤਾਂ ਉਹ ਬਣ ਜਾਂਦਾ ਇਨਵਰਸ ਆਪਰੇਟਰ। ਅਤੇ ਜਦੋਂ ਤੁਸੀਂ ਨੀਗੇਸ਼ਨ ਆਫ ਕਿਊ ਇੰਪਲਾਈਜ਼ ਨੀਗੇਸ਼ਨ ਆਫ ਪੀ ਕਰ ਦਿੰਦੇ ਹੋ ਤਾਂ ਉਹ ਬਣ ਜਾਂਦਾ ਕੰਟਰਾ ਪੋਜ਼ੀਟਿਵ ਆਪਰੇਟਰ। ਠੀਕ ਹੈ, ਇਹਨਾਂ ਦੇ ਜਿਹੜੇ ਆਪਰੇਸ਼ਨਸ ਨੇ ਅਤੇ ਇਹਨਾਂ ਦੇ ਨਾਮ ਅਤੇ ਆਪਰੇਟਰਸ ਜਿਹੜੇ ਆ ਤੁਸੀਂ ਧਿਆਨ ਨਾਲ ਕਰਨੇ ਨੇ ਸਾਰਿਆਂ ਨੇ। ਅਤੇ ਇਹਨਾਂ ਦੇ ਬਿਹਾਫ 'ਤੇ ਹੀ ਕੰਡੀਸ਼ਨਲ ਹੈਗੇ ਤਾਂ ਇਹੀ ਇੱਕ ਤਰੀਕੇ ਦੇ ਕੰਡੀਸ਼ਨਲ ਆਪਰੇਟਰਸ ਹੀ ਨੇ, ਬਟ ਇਹਨਾਂ ਦੇ ਵਿੱਚ ਪੀ ਅਤੇ ਕਿਊ ਆਪਸ 'ਚ ਇੱਕ ਦੂਜੇ ਨੂੰ ਚੇਂਜ ਕਰੀ ਜਾ ਰਹੇ ਨੇ, ਹੈ ਨਾ। ਕਿਤੇ ਪੀ ਜਦੋਂ ਤੁਸੀਂ ਪੀ ਨੂੰ ਕਿਊ ਬਣਾਤਾ, ਕਿਊ ਨੂੰ ਪੀ ਬਣਾਤਾ ਤਾਂ ਕਨਵਰਸ ਬਣ ਗਿਆ। ਜਦੋਂ ਦੋਨਾਂ ਦਾ ਨਿਗੇਸ਼ਨ ਲੈ ਲਿਆ ਤਾਂ ਇਨਵਰਸ ਬਣ ਗਿਆ। ਜਦੋਂ ਨਿਗੇਸ਼ਨ ਲੈ ਕੇ ਫਿਰ ਉਹਦਾ ਕਨਵਰਸ ਕਰਤਾ ਤਾਂ ਉਹ ਕੰਟਰਾ ਪੋਜ਼ੀਟਿਵ ਬਣ ਗਿਆ, ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਦੇ ਟੇਬਲ ਬਣਾਉਣੇ ਨੇ। ਅਤੇ ਜਿਵੇਂ ਤੁਸੀਂ ਇੱਥੇ ਦੇਖ ਵੀ ਸਕਦੇ ਹੋ, ਜਿਵੇਂ ਹੁਣ ਇੱਥੇ ਪੀ ਇੰਪਲਾਈਜ਼ ਕਿਊ ਸੀਗਾ, ਤੁਸੀਂ ਹੁਣੀ ਕਰਕੇ ਆਏ ਹੋ ਕਿ ਟਰੂ 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 ਹੋ ਗਿਆ, ਟਰੂ ਫਾਲਸ ਫਾਲਸ ਹੋ ਗਿਆ, ਅਤੇ ਫਾਲਸ ਟਰੂ ਟਰੂ ਹੋ ਗਿਆ, ਹੈ ਨਾ। ਜਦੋਂ ਤੁਸੀਂ ਇਹਦੇ ਕਨਵਰਸ ਕੀਤਾ ਤਾਂ ਤੁਸੀਂ ਕਿਊ ਨੂੰ ਪੀ ਦੀ ਤਰ੍ਹਾਂ ਟਰੀਟ ਕਰਨਾ ਅਤੇ ਪੀ ਨੂੰ ਕਿਊ ਦੀ ਤਰ੍ਹਾਂ। ਮੀਨਸ ਕਿ ਤੁਸੀਂ ਇੱਥੇ ਕਿਹਾ ਸੀ, ਉੱਥੇ ਟਰੂ ਦਿੱਤਾ ਸੀ ਜਿੱਥੇ ਜਾਂ ਤਾਂ ਪੀ ਫਾਲਸ ਹੋਵੇ ਜਾਂ ਕਿਊ ਟਰੂ ਹੋਵੇ ਨਾ। ਤਾਂ ਹੁਣ ਜਦੋਂ ਤੁਸੀਂ ਕਨਵਰਸ ਫਾਈਂਡ ਕਰਨਾ ਹੈ ਤਾਂ ਤੁਸੀਂ ਉੱਥੇ ਟਰੂ ਦੇਣਾ ਹੈ ਜਿੱਥੇ ਕਿਊ ਫਾਲਸ ਹੋਵੇ ਅਤੇ ਪੀ ਟਰੂ ਹੋਵੇ, ਜਾਂ ਫਿਰ ਦੋਨੋਂ ਇਕੱਠੀਆਂ ਅਪਲਾਈ ਹੋਣ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਅਤੇ ਫਿਰ ਆ ਜਾਂਦਾ ਬਾਈ ਕੰਡੀਸ਼ਨਲ ਆਪਰੇਟਰ। ਜਿਹੜਾ ਬਾਈ ਕੰਡੀਸ਼ਨਲ ਆਪਰੇਟਰ ਹੈ ਇਹਦਾ ਡਬਲ ਐਰੋ ਲੱਗਦਾ ਹੈ, ਮੀਨਸ ਕਿ ਇਹ ਦੋਨਾਂ ਦਾ ਕੰਮ ਕਰਦਾ ਹੈ, ਇੱਕ ਕੰਡੀਸ਼ਨਲ ਦਾ, ਇੱਕ ਉਹਦੇ ਕਨਵਰਸ ਦਾ। ਤਾਂ ਇਹਨੇ ਸਿਰਫ ਉਦੋਂ ਹੀ ਟਰੂ ਦੇਣਾ ਹੁੰਦਾ ਜਦੋਂ ਦੋਨੋਂ ਸੇਮ ਹੋਣ, ਭਾਵੇਂ ਦੋਨੋਂ ਟਰੂ ਹੋਣ ਭਾਵੇਂ ਦੋਨੋਂ ਫਾਲਸ ਹੋਣ। ਮੀਨਸ ਟਰੂ ਟਰੂ 'ਤੇ ਟਰੂ ਦੇਣਾ, ਫਾਲਸ ਫਾਲਸ 'ਤੇ ਟਰੂ ਦੇਣਾ, ਅਦਰਵਾਈਜ਼ ਫਾਲਸ ਦੇਣਾ। ਠੀਕ ਹੈ ਜੀ। ਅਤੇ ਇਹ ਸੀਗੇ ਬੱਚੇ ਕੁਛ ਆਪਰੇਟਰਸ ਸੀਗੇ, ਅਤੇ ਇਹਨਾਂ ਨੂੰ ਤੁਸੀਂ ਇਹਨਾਂ ਦੀ ਥਿਊਰੀ ਜਿਹੜੀ ਹੈਗੀ ਹੈ ਉਹ ਬਹੁਤ ਧਿਆਨ ਨਾਲ ਪੜ੍ਹ ਲੈਣੀ ਹੈ। ਵੈਸੇ ਬਹੁਤ ਈਜ਼ੀ ਹੈ ਟੋਪਿਕ ਸਾਰਾ, ਅਤੇ ਬਾਕੀ ਦਾ ਜਿਹੜਾ ਕੰਮ ਹੈ ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਇੱਥੋਂ ਤੱਕ ਅਗਰ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈਗਾ ਤਾਂ ਰਾਜੇ ਕਲੀਅਰ ਕਰ ਲਿਓ। ਠੀਕ ਹੈ ਜੀ, ਓਕੇ।